ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਉੱਪਰ ਕੈਦ ਨਾ ਹੁੰਦੇ, ਅੱਜ ਕਿਸੇ ਵੀ ਮਾਤਾ ਨੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਨੰਦ ਸੁੱਖ ਦੀ ਨੀਂਦ ਨਹੀਂ ਸੌਂਦੀ ਸੀ। ਤੁਹਾਨੂੰ ਜਗੀਰਾਂ ਮਿਲਣਗੀਆਂ, ਤੁਹਾਨੂੰ ਬੇਗਮਾਂ ਮਿਲਣਗੀਆਂ, ਤੁਹਾਨੂੰ ਸਵਰਗਪੁਰੀ ਆਨੰਦ ਸਾਹਿਬ, ਆਨੰਦਪੁਰ ਸਾਹਿਬ ਸਵਰਗ ਬਣਾ ਕੇ ਤੁਹਾਨੂੰ ਵਾਪਸ ਦੇ ਦੇਵਾਂਗੇ। ਐ ਦੀਵਾਨ ਸੁੱਚਾ ਆਨੰਦ ਵਜ਼ੀਰ ਖਾਂ ਕਹਿੰਦੇ ਜਿਹੜਾ ਮਨੁੱਖ ਆਪਣੇ ਧਰਮ ਦਾ ਇਮਾਨਦਾਰ ਨਹੀਂ ਰਿਹਾ, ਉਹ ਮਨੁੱਖ ਤੋਂ ਸਾਨੂੰ ਤੂੰ ਕੀ ਦਵਾ ਦੇ। ਕਚਹਿਰੀ ਲੱਗੀ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਗੇਟ ਬੰਦ ਕਰ ਦਿੱਤਾ। ਉਹਦੀ ਛੋਟੀ ਜਿਹੀ ਬਾਰੀ ਖੁੱਲੀ ਛੱਡ ਲਈ ਹੈ ਵੀ ਜਦ ਸਾਹਿਬਜ਼ਾਦੇ ਆਉਣਗੇ ਨਾ ਅੰਦਰ ਵੜਨਗੇ ਤੇ ਉਹ ਆਪਣਾ ਪਹਿਲਾਂ ਸੀਸ ਝੁਕਾ ਕੇ ਬਾਰੀ ਵਿਚਲੀ ਫਿਰ ਅੰਦਰ ਤੇ ਜਦ ਉਹਨਾਂ ਨੇ ਸੀਸ ਝੁਕਾਇਆ ਤੇ ਅਸੀਂ ਸਾਰੇ ਦੇ ਸਾਰੇ ਰੌਲਾ ਪਾ ਦਿਆਂਗੇ ਇਸਲਾਮ ਕਬੂਲ ਕਰ ਲਿਆ, ਇਸਲਾਮ ਕਬੂਲ। ਸਾਰਿਆਂ ਦੀ ਜਿਹੜੀ ਨਿਗਾਹ ਹੈ ਉਹ ਬਹੁਤ ਵੱਡੇ ਗੇਟ ਨੂੰ ਛੱਡ ਕੇ ਇੱਕ ਛੋਟੀ ਜਿਹੀ ਟਾਕੀ 'ਚ ਲੱਗੀ ਹੋਈ। ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਜੁੱਤੇ ਅੰਦਰ ਕੀਤੇ। ਜਦ ਦੋਨਾਂ ਸਾਹਿਬਜ਼ਾਦਿਆਂ ਦੇ ਦੋ ਪਹਿਲਾਂ ਜੁੱਤੇ ਅੰਦਰ ਗਏ ਤੇ ਸਾਰਿਆਂ ਦਾ ਫੇਰ ਉੱਥੇ ਸਰੀਰ ਸੀ ਜਿਹੜਾ ਪਾਣੀ ਪਾਣੀ ਹੋ ਗਿਆ ਵੀ ਹੁਣ ਕਿਹੜੇ ਹਿਸਾਬ ਨਾਲ ਰੌਲਾ ਪਾਈ। ਸਤਿਗੁਰਾਂ ਦੀ ਸਾਜੀ ਨਿਵਾਜੇ, ਗੁਰੂ ਰੂਪ ਪਿਆਰੇ, ਗੁਰੂ ਸਵਾਰੀ ਸਾਧ ਸੰਗਤ ਜੀ। ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਪਰਮਾਤਮਾ ਦੇ ਚਰਨਾਂ ਕਮਲਾਂ ਵਿਖੇ ਆਪੋ ਆਪਣੀਆਂ ਭਾਵਨਾਵਾਂ ਲੈ ਕੇ ਨਿਤਾ ਪ੍ਰਤੀ ਕਰਮ ਅਨੁਸਾਰ ਪਹੁੰਚਦੇ ਹਾਂ। ਗੁਰੂ ਜੀ ਬਖਸ਼ਿਸ਼ ਕਰਦੇ ਨੇ। ਬਖਸ਼ਿੰਦ ਪਰਮਾਤਮਾ ਆਪਣੀ ਬਖਸ਼ਿਸ਼ ਹਰ ਇੱਕ ਪ੍ਰਾਣੀ ਤੇ ਤਮਾਮ ਸ੍ਰਿਸ਼ਟੀ ਤੇ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਨੂੰ ਪ੍ਰਕਿਰਤੀ ਚਲਾ ਰਹੀ ਹੈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲ੍ਹਿਆਂ ਛੱਡਿਆ ਹੋਇਆ ਹੈ ਕਿ ਹੁਣ ਤੂੰ ਆਪਣੇ ਆਪ ਜਾਗਣ ਦੇ ਯਤਨ ਕਰ। ਜਾਗ ਕੇ ਇਤਨਾ ਉਦਮ ਉਪਰਾਲਾ ਕਰ, ਤੇਰਾ ਸੁੱਤਾ ਹੋਇਆ ਮਨ ਜਾਗੇ ਅਤੇ ਤੂੰ ਭਗਵਾਨ ਪਰਮੇਸ਼ਰ ਦਾ ਹੀ ਰੂਪ ਬਣ ਜਾਵੇਂ। ਜਦ ਪਰਮੇਸ਼ਰ ਦਾ ਰੂਪ ਮਨੁੱਖ ਬਣ ਜਾਵੇ, ਉਸ ਵਕਤ ਸਾਰੀ ਦੀ ਸਾਰੀ ਸ੍ਰਿਸ਼ਟੀ ਇਸ ਨੂੰ ਸਜਦਾ ਕਰਦੀ ਹੈ, ਕਿਉਂਕਿ ਇੱਕ ਮਨੁੱਖ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਇਹ ਸਭ ਕੁਛ ਮਿਲਿਆ ਕਿ ਪਰਮੇਸ਼ਰ ਦਾ ਰੂਪ ਬਣ ਸਕਦੇ ਨੇ। ਜਿਤਨਾ ਪਰਮੇਸ਼ਰ ਦਾ ਹੁਕਮ ਆਇਆ ਉਸ ਹੁਕਮ ਨੂੰ ਮੰਨਦੇ ਹੋਏ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦੇ ਯਤਨ ਕਰਦੇ ਹਾਂ। ਪਰ ਗੁਰੂ ਨੇ ਜੋ ਮਾਰਗ ਦੱਸਿਆ ਹੈ ਔਰ ਜੋ ਗੁਰੂ ਦਾ ਪਾਵਨ ਪਵਿੱਤਰ ਇਤਿਹਾਸ ਹੈ, ਉਸ ਦੱਸੇ ਹੋਏ ਮਾਰਗ 'ਤੇ ਅਸੀਂ ਕੇਵਲ ਯਤਨ ਕਰ ਸਕਦੇ ਹਾਂ ਕਿ ਚੱਲ ਸਕੀਏ। ਵਰਨਾ ਜੋ ਗੁਰੂ ਦਾ ਇਤਿਹਾਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਅਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਸ ਦੀ ਦੁਨੀਆ 7 ਅਤੇ 9 ਸਾਲ ਦੀਆਂ ਛੋਟੀਆਂ ਜਿੰਦਾਂ ਹਨ। ਕੋਈ ਬਹੁਤੀ ਵਡੇਰੀ ਉਮਰ ਨਹੀਂ ਹੈ।
पर गुरु ਸਾਹਿਬ जी महाराज ਜੀਆਂ ਦੇ ਸਾਹਿਬਜ਼ਾਦਿਆਂ ਨੂੰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬੜੇ ਤਸੀਹੇ ਦਿੱਤੇ ਹਨ। ਜਦ ਇਹਨਾਂ ਨੇ ਇਸਲਾਮ ਨੂੰ ਕਬੂਲ ਨਾ ਕੀਤਾ, ਲਾਸਟ ਇਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਸੁਨੇਹਾ ਲਾਉਣਾ ਪਿਆ। ਮਰਿੰਡੇ ਥਾਣੇ ਦੇ ਵਿੱਚੋਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਲੈ ਕੇ ਗਏ ਨੇ ਸਾਹਿਬਜ਼ਾਦਿਆਂ ਨੂੰ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ। ਪਹਿਲਾ ਦਿਨ ਜਦ ਸਰਹੰਦ ਪਹੁੰਚੇ ਹਨ, ਸਰਹੰਦ ਪਹੁੰਚਦਿਆਂ ਸਾਰ ਹੀ ਇਹਨਾਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਵਜ਼ੀਰ ਖਾਂ ਆਪਣੇ ਬਹੁਤ ਸਾਰੇ ਜਰਨੈਲਾਂ ਨੂੰ ਅਤੇ ਬਹੁਤ ਸਾਰੀਆਂ ਫੌਜਾਂ ਨੂੰ ਜੋ ਚੜ੍ਹਾਈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਗਿਆ ਸੀ ਅਤੇ ਹਾਰ ਦਾ ਮੂੰਹ ਦੇਖਣਾ ਪਿਆ ਉਸ ਨੂੰ। ਬਹੁਤ ਸਾਰੇ ਜਰਨੈਲ, ਬਹੁਤ ਸਾਰੀ ਫੌਜ ਵਜ਼ੀਰ ਖਾਂ ਦੀ ਮਾਰੀ ਗਈ ਸੀ। ਸ਼ਰਮਿੰਦਗੀ ਲੈ ਕੇ ਵਾਪਸ ਆਇਆ ਵਜ਼ੀਰ ਖਾਂ। ਆਉਂਦਿਆਂ ਸਾਰ ਹੀ ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਸਾਡੀ ਕੈਦ ਵਿੱਚ ਨੇ। ਮੌਕੇ ਦੀ ਹਕੂਮਤ ਇਸ ਗੱਲ ਦੀ ਤਾਂਘ ਦੇ ਵਿੱਚ ਖੜੀ ਸੀ ਕਿ ਕਦ ਕੋਈ ਇਹੋ ਜਿਹਾ ਸੁਰਾਖ ਮਿਲੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਕੜੇ ਜਾਣ। ਵਜ਼ੀਰ ਖਾਂ ਜਿੱਥੇ ਇਤਨਾ ਉਦਾਸ ਸੀ, ਨਿਰਾਸ਼ ਸੀ, ਉੱਥੇ ਇਹਦੀ ਉਦਾਸੀ ਅਤੇ ਨਿਰਾਸ਼ੀ ਥੋੜ੍ਹੀ ਦੂਰ ਹੋਈ ਹੈ ਕਿ ਹੁਣ ਆਪਣੀ ਮਾਤਾ ਨੂੰ ਲੱਭਦੇ ਲੱਭਦੇ, ਸਾਹਿਬਜ਼ਾਦਿਆਂ ਨੂੰ ਲੱਭਦੇ ਲੱਭਦੇ ਗੁਰੂ ਗੋਬਿੰਦ ਸਿੰਘ ਇੱਥੇ ਜ਼ਰੂਰ ਆਉਣਗੇ। ਮੋਹ ਦੇ ਜਾਲ ਵਿੱਚ ਫਸੇ ਹੋਏ ਇਹ ਜ਼ਰੂਰ ਇੱਥੇ ਆਉਣਗੇ। ਵਜ਼ੀਰ ਖਾਂ ਨੇ ਹੁਕਮ ਦਿੱਤਾ ਅਤੇ ਹੁਕਮ ਦੇ ਅੰਦਰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ। ਇਹ ਠੰਡਾ ਬੁਰਜ ਇਹਨਾਂ ਨੇ ਐਸਾ ਬਣਾਇਆ ਸੀ ਕਿ ਦਰਿਆ ਦੇ ਕੰਢੇ 'ਤੇ ਸੀ। ਜਦ ਪਾਣੀ ਇਸ ਦੇ ਨਾਲ ਟਕਰਾਉਂਦਾ ਸੀ, ਪਾਣੀ ਉਛਲਦਾ ਸੀ ਅਤੇ ਉਸ ਤੋਂ ਹਵਾ ਜਦ ਕੋਲ ਦੀ ਹੋ ਕੇ ਲੰਘਦੀ ਸੀ। ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਵੀ ਠੰਡੇ ਬੁਰਜ ਦੇ ਵਿੱਚ ਮਨੁੱਖ ਨੂੰ ਇਤਨੀ ਠੰਡ ਲਿਆ ਦਿੰਦਾ ਸੀ ਕਿ ਮਨੁੱਖ ਨੂੰ ਕੰਬਣੀ ਛੱਡ ਜਾਂਦੀ ਸੀ। ਇਸ ਕਰਕੇ ਉਸ ਦਾ ਨਾਮ ਠੰਡਾ ਬੁਰਜ ਸੀ। ਉੱਚਾ ਕਰਕੇ ਬਣਾਇਆ ਹੋਇਆ ਸੀ। ਉਸ ਦੀ ਛੱਤ 'ਤੇ ਮਾਤਾ ਗੁਜਰੀ ਕੌਰ ਜੀਆਂ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਬਿਠਾ ਦਿੱਤਾ ਸੀ। ਕੋਈ ਵਸਤਰ ਨਹੀਂ ਦਿੱਤਾ, ਕੋਈ ਭੋਜਨ ਨਹੀਂ ਦਿੱਤਾ ਗਿਆ ਸੀ। ਸਾਰੀ ਰਾਤ ਮਾਤਾ ਗੁਜਰ ਕੌਰ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਸਾਖੀਆਂ, ਲੋਰੀਆਂ ਸੁਣਾਉਂਦੀ ਰਹੀ। ਸਾਖੀਆਂ ਸੁਣਾਈਆਂ ਗਈਆਂ ਆਪਣੇ ਵੱਡ ਵਡੇਰਿਆਂ ਦੀਆਂ ਕਿ ਬੱਚਿਓ, ਤੁਸੀਂ ਕਦੇ ਭੁੱਲ ਨਾ ਜਾਇਓ
कि तुहाडे वड्ड वडेरिਆਂ ने इतनियां वड्डियां वड्डियां कुर्बानियां दित्तियां ने। गुरु तेग बहादुर साहब महाराज की शहीदी, गुरु अर्जन देव साहब महाराज की शहीदी, ये सारियां गथावां माता गुजरी जी बच्चों नूं, साहिबजादिਆਂ नूं सुणाउंदे रहे ने, ताकि उन्हां दे जिहड़ी अंदर दी शक्ति है वो प्रबल रहे। सारी रात साहिबजादे उस ठंडे बुरज दे विच ਜਿਹੜੇ तन ते कपड़े पाए सी उन्हां ही कपड़िਆਂ ਦੇ ਵਿੱਚ ਬੈਠੇ ਰਹੇ ਨੇ। ठंड ਦੇ मौसम ਦੇ ਵਿੱਚ ਦੋ ਹੀ ਸਰੀਰ ਨੇ ਜਿਹੜੇ ਠੰਡ ਨੂੰ ਜ਼ਿਆਦਾ ਮਹਿਸੂਸ ਕਰਦੇ ਨੇ। ਜਾਂ ਤੇ ਛੋਟੇ ਬੱਚੇ ਮਹਿਸੂਸ ਕਰਦੇ ਹਨ, ਜਾਂ ਜਿਹੜੀ ਵੱਡੀ ਉਮਰ ਦੇ ਬਜ਼ੁਰਗ ਸਰੀਰ ਨੇ ਉਹਨਾਂ ਵਾਸਤੇ ਠੰਡ बहुत ज़्यादा लगती है। दो ही शरीर ने। और बच्चे भी ने अते माता गुजर कौर जी वडेरी उम्र दे भी ने। नाल नाल चेते रखना कि जे माता गुजरी ठंडे बुरज दे विच ना बैठदी उपर, और जे साहिबजादे ठंडे बुरज दे विच उपर कैद ना हुंदे, अज किसी भी माता ने अपने घरां दे विच बह के आनंद सुख दी नींद नहीं सौना सी। ये जिहड़ियां साडीआं मातावां आनंद ते सुख दी नींद हरेक प्रकार दीआं सहूलतां दे विच अज सौ रहीआं ने, सिर्फ ते सिर्फ माता गुजरी दे करके सौ रहीआं ने। अपने पुत्रां नूं लोरियां देनियां, अपने पोतरियां नूं गोद दे विच खड़ाउणा, ये देन माता गुजरी दी है। दूसरा दिन चढ़िया, पहले दिन की कचहरी लगी है वजीर खान जी। और इस कचहरी दे विच कौन ने? ये कचहरी दे विच जिन्ने धार्मिक अते राजनीतिक सियाणे सूझवान ने, वो कचहरी दे विच सारे मौजूद ने। जिथे असीं इतिहास सुन के इतना आनंद लैंदे ना, इतिहास के कुछ तत्व हुंदे ने जिहड़े सानूं नोट करने पैंदे ने कि कचहरी लगी है, ठीक है, ते कचहरी लगी दे विच है कौन बंदे ने? सूझवान राजनीतिक बंदे अते सूझवान सिरमौर धार्मिक बंदे। क्योंकि राजनीति दे विच इतना वड्डा खून खराबा किते नहीं होया जिन्ना धार्मिक नीति दे विच खून खराबा हुंदा है। लम्मे लम्मे टाइम तक धार्मिक लैवल ते हर एक प्राणी लड़ते रहे ने। कचहरी लगी है ते लगी हुई कचहरी दे विच इन्हां ने वजीर खान ने बुलाया साहिबजादियां नूं। पहला बड़े इन्हां नूं तसीहे दिते गए, बड़ा मनाया गया, ना मन्ने। पहले दिन दी कचहरी दे विच साहिबजादियां नूं बुला के उन्हां नूं कुछ लालच बच्चों नूं दिते गए ने। तुहानूं जगीरां मिलणगीआं, तुहानूं बेगमां मिलणगीआं, तुहानूं
ਸਵਰਗਪੁਰੀ ਆਨੰਦਪੁਰ ਸਾਹਿਬ ਸਵਰਗ ਬਣਾ ਕੇ ਤੁਹਾਨੂੰ ਵਾਪਸ ਦੇ ਦੇਵਾਂਗੇ। ਇਹ ਵੀ ਕਿਹਾ ਗਿਆ ਕਿ ਤੁਹਾਡੇ ਵੱਡੇ ਭਰਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ। ਇਹ ਵੀ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਕਿ ਤੁਹਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਸ਼ਹੀਦ ਹੋ ਗਏ ਨੇ। ਉਹਨਾਂ ਨੂੰ ਇਹ ਸੀ ਕਿ ਬਹੁਤ ਜਲਦੀ ਇਹਨਾਂ ਬੱਚਿਆਂ ਨੂੰ ਲਾਲਚ ਦੇ ਕੇ ਮਨਾ ਲਵਾਂਗੇ। ਉਹਨਾਂ ਦਾ ਦੀਵਾਨ ਸੁੱਚਾ ਨੰਦ ਸੀ। ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਚਹਿਰੀ ਦੇ ਵਿੱਚ, ਕਹਿਣ ਲੱਗਿਆ ਮੈਂ ਹਿੰਦੂ ਹੋਣ ਦੇ ਨਾਂ 'ਤੇ ਇਹਨਾਂ ਦੀ ਕਚਹਿਰੀ ਦੇ ਵਿੱਚ ਕੰਮ ਕਰ ਰਿਹਾ ਅਤੇ ਮੈਨੂੰ ਦੇਖ ਇਹਨਾਂ ਨੇ ਕਿੰਨੀਆਂ ਜਗੀਰਦਾਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਮਨੁੱਖ ਦੀ ਸੋਚ ਗੁਲਾਮ ਹੋ ਜਾਂਦੀ ਹੈ ਨਾ, ਫਿਰ ਇਹ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਕਿੱਥੋਂ ਤੱਕ ਗਿਰ ਚੁੱਕਿਆ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹਿੰਦੂਆਂ ਨੂੰ ਇਸਲਾਮ ਕਬੂਲ ਕਰਵਾਉਣਾ ਆਮ ਗੱਲ ਸੀ। ਕਿਉਂਕਿ ਜਿਹੜੇ ਇਸਲਾਮ ਕਬੂਲ ਨਹੀਂ ਕਰਦੇ ਸਨ ਉਹਨਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਚੁੱਕ ਕੇ ਜੇਲ੍ਹ ਖਾਨਿਆਂ ਦੇ ਵਿੱਚ ਸੁੱਟਿਆ ਜਾਂਦਾ ਸੀ। ਜਿਹੜੇ ਇਸਲਾਮ ਕਬੂਲ ਨਹੀਂ ਕਰਦੇ ਸਨ, ਇਹ ਉਹਨਾਂ ਸਮਿਆਂ ਦੇ ਵਿੱਚ ਆਮ ਗੱਲ ਸੀ। ਕੁਛ ਸਮਾਜਿਕ ਰਹੁ ਰੀਤ ਰਿਵਾਜ ਨੇ ਜਿਹੜੇ ਹਿੰਦੂ ਘਰਾਣਿਆਂ ਦੇ ਵਿੱਚ ਲੜਕੀਆਂ ਹੁੰਦੀਆਂ ਸਨ, ਉਹਨਾਂ ਨੂੰ ਜਬਰੀ ਇਹ ਚੁੱਕ ਕੇ ਲੈ ਜਾਂਦੇ ਸਨ ਅਤੇ ਉਹਨਾਂ ਤੋਂ ਇਸਲਾਮ ਕਬੂਲ ਕਰਕੇ ਉਹਨਾਂ ਦੇ ਨਿਕਾਹ ਕਰ ਦਿੰਦੇ ਸਨ। ਮੁਗਲ ਸਰਕਾਰ ਵੇਲੇ ਇਹ ਕੁਝ ਚੱਲਦਾ ਹੁੰਦਾ ਸੀ। ਤੋ ਉਸ ਤੋਂ ਬਾਅਦ ਸੀ ਜਿਹੜੇ ਹਿੰਦੂ ਘਰਾਣਿਆਂ ਦੇ ਵਿੱਚ ਆਮ ਗੱਲ ਪ੍ਰਚਲਿਤ ਚੱਲ ਗਈ ਸੀ ਕਿ ਜਿਹੜਾ ਸਭ ਤੋਂ ਛੋਟੀ ਉਮਰ ਦੀ ਲੜਕੀ ਦੀ ਸ਼ਾਦੀ ਕਰੂਗਾ ਉਹਨੂੰ ਬਹੁਤ ਜ਼ਿਆਦਾ ਪੁੰਨ ਲੱਗੂਗਾ, ਉਹਨੂੰ ਬਹੁਤ ਜ਼ਿਆਦਾ ਪੁੰਨ ਲੱਗੇਗਾ। ਤੋ ਹਿੰਦੂ ਘਰਾਣਿਆਂ ਦੇ ਵਿੱਚ ਛੋਟੀ ਤੋਂ ਛੋਟੀ ਲੜਕੀ ਦੀ ਸ਼ਾਦੀ ਹੋਣ ਲੱਗ ਗਈ ਸੀ। ਕਾਰਨ ਪਿੱਛੇ ਇਹ ਛੁਪਿਆ ਹੋਇਆ ਸੀ ਕਿ ਜਦੋਂ ਨੂੰ ਲੜਕੀ ਵੱਡੀ ਹੁੰਦੀ ਸੀ ਉਦੋਂ ਨੂੰ ਤਾਂ ਮੁਗਲ ਚੁੱਕ ਕੇ ਲੈ ਜਾਂਦੇ ਸਨ। ਗਜਨੀ ਮੰਡੀ ਦੇ ਅੰਦਰ ਵੇਚੀਆਂ ਜਾਂਦੀਆਂ ਸਨ, ਲੜਕੀਆਂ ਦੇ ਮੁੱਲ ਪੈਂਦੇ ਸਨ। ਇਹ ਗੱਲ ਆਮ ਚੱਲਦੀ ਰਹੀ ਹੈ। ਤੋ ਇਹ ਸੁੱਚਾ ਦੀਵਾਨ ਸੁੱਚਾ ਨੰਦ ਸੀ ਜਿਹੜਾ, ਇਹ ਹਿੰਦੂ ਸੀ। ਇਹਦੀ ਸੋਚ ਸੀ ਜਿਹੜੀ ਉਹ ਇਸਲਾਮ ਦੀ ਇਹਨਾਂ ਮੁਗਲ ਸਰਕਾਰਾਂ ਦੀ ਗੁਲਾਮ ਹੋ ਚੁੱਕੀ ਸੀ। ਸਾਹਿਬਜ਼ਾਦਿਆਂ ਨੂੰ ਇਹਨੇ ਬੜੇ ਸਮਝਾਉਣ ਦੇ ਯਤਨ ਕੀਤੇ ਨੇ ਪਰ ਨਹੀਂ ਸਮਝੇ। ਕਿਉਂਕਿ ਇਹ ਸਾਰੇ ਇੱਕ ਵਾਰ ਤੇ ਬੜੇ ਭੈ ਭੀਤ ਹੋ ਗਏ ਸਨ ਕਿ ਜਦੋਂ ਸਾਹਿਬਜ਼ਾਦੇ ਕਚਹਿਰੀ ਦੇ ਅੰਦਰ ਗਏ, ਉੱਚੇ ਉੱਚੇ ਇਹਨਾਂ ਦੇ ਸਿੰਘਾਸਨ ਲੱਗੇ, ਵੱਡੇ ਵੱਡੇ ਇਹਨਾਂ ਦੇ ਸਰੀਰ, ਵੱਡੇ ਵੱਡੇ ਇਹਨਾਂ ਦੇ ਬਾਣੇ ਪਾਏ ਨੇ, ਧਰਮ ਦੇ ਰਾਜਨੀਤੀ ਦੇ ਬੜੇ ਬਾਣੇ ਪਾਏ ਨੇ। ਉੱਚੀਆਂ ਇਹਨਾਂ ਦੀਆਂ ਕੁਰਸੀਆਂ ਲੱਗੀਆਂ ਅਤੇ 7 ਤੇ 9 ਸਾਲ ਦੀਆਂ ਛੋਟੀਆਂ ਛੋਟੀਆਂ ਜਿੰਦਾਂ ਨੇ ਉੱਚੀ ਦੇ ਨੇ ਗਰਜ ਕੇ ਸੂਬੇ ਦੀ ਕਚਹਿਰੀ ਦੇ ਵਿੱਚ ਫਤਿਹ ਬੁਲਾਈ ਹੈ। ਬੜੇ ਭੈ ਭੀਤ ਹੋ ਗਏ। ਇਤਨੀ ਛੋਟੀ ਉਮਰ ਇਹਨਾਂ ਦੀ, ਹੌਸਲੇ ਇਹਨਾਂ ਦੇ ਇੰਨੇ ਬੁਲੰਦ ਨੇ। ਜਦ ਇਹਨਾਂ ਨੇ ਬਹੁਤ ਯਤਨ ਕੀਤੇ, ਸਾਹਿਬਜ਼ਾਦੇ ਨਾ ਮੰਨੇ। ਵਾਪਸ ਲਿਜਾਂਦਿਆਂ ਕਚਹਿਰੀ ਤੋਂ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਗੁਲੇਲੇ ਵੀ ਮਾਰੇ ਨੇ ਕਿ ਮੰਨ ਜਾਣ।
दूसरा दिन चढ़िया, सारी रात माता गुजर कौर जियां दे कोल इन्हां ने बतीत कीती है साहिबजादियां ने। और ये साहिबजादे माता गुजरी जी झोली दे विच निघ माणदे ने। फिर माता गुजर कौर जी इन्हां नूं साखियां सुना रही है। हौसले इन्हां दे बच्चों दे बुलंद हुंदे जा रहे हैं। दूसरा दिन फिर भी बच्चों नूं कुछ खाण पीण वास्ते कुछ भी नहीं मिलिया। बस उही मसरां दी दाल ते प्रशादा सकिया सी जिहड़ा कुम्मे मासकी दी गवांढन ने छकाया सी। उस तो बाद साहिबजादियां नूं हजे तक कुछ भी नहीं खाण पीण वास्ते मिलिया। चेते रखना, साहिबजादे जे माता गुजर कौर जी उन्हां दिनां दे विच इतनी भुख ना कटदे, अज साडे घरां दे विच भी भोजन पानी 2 टाइम नहीं बनना सी। क्योंकि एक बहुत वड्डा दुख है भुख दा। ते भुख भी जिहड़ी है ये नौजवान ते झल सकदा है, एक बुढ़ा शरीर भुख नहीं झल सकदा ते एक बच्चे कदे भुख नहीं झल सकदे। ते दोने ही शरीर मौजूद ने। तसीहे देन तो वध दुख भी है भुख दा। भुखे भी ने, कुछ भी नहीं मिलिया। फिर माता गुजरी जी कहन लगी, फिर अनेकों तरह के इन्हों वड वडेरियां दे साखी परमान माता गुजरी जी ने दूसरे दिन सुनाए ने। दूसरे दिन फिर कचहरी लगी है। कचहरी लगी दे विच इन्हां ने बहुत वड्डा गेट बंद कर लिया। उत्ते छोटी जी बारी खुली छड्ड लई है भी जद साहिबजादे आउणगे ना अंदर वड़नगे ते वो अपना पहला सीस झुका के बारी विच दी फिर अंदर वड़नगे। ते जद उन्होंने सीस झुकाया तो असीं सारे दे सारे रौला पा देंगे इस्लाम कबूल कर लिया, इस्लाम कबूल कर लिया। सारे जिन्ने उत्थे कचहरी दे विच नुमाइंदे सन, सारियां दी जिहड़ी निगाह है वो बहुत वड्डे गेट नूं छड्ड के एक छोटी जी टाकी ते लगी हुई है। क्योंकि जद भी उन्होंने सीस झुकाउणा सी ते इन्हां ने अंदरों रौला पा देना सी, चतराई दे नाल, चलाकी दे नाल। जद साहिबजादियां ने देखा कि इतना वड्डा गेट इन्हां ने बंद किया होया है ते छोटी जी टाकी खुले छड्डी है, साहिबजादियां ने पहला अपने जुत्ते अंदर कीते ने। जद दोनों साहिबजादियां दे 2 पहला जुत्ते अंदर गए तो सारियां दा फिर उत्थे शरीर सी जिहड़ा पानी पानी हो गया भी हुण किहड़े हिसाब नाल रौला पाईए। इन्होंने तो पहले जुत्ती दिखा दी है सन। जे सीस झुका के अंदर वड़दे तो रौला पा देंदे, पर हुण तो इन्होंने पहला जुत्ती दिखा दी है, किवें रौला पाईए। फिर अंदर जद चले गए, दूसरे दिन कचहरी लगी है। दीवान सुच्चा आनंद बड़े जाने इन्हों बड़ा कुछ लालच, कुछ डरावे बच्चों नूं दिंदे हन। पर साहिबजादियां नूं कहन लगे, कहंदे जी दीवान सुच्चा आनंद वजीर खां वर्गे कहन लगे, कहंदे असीं औरंगजेब दे नाल गल कर लवांगे, तुहाडीआं जानां भी बख्श दित्तियां जाणगीआं ते तुहानूं वड्डियां वड्डियां जगीरां भी अते तुहानूं बेगमां भी दित्तियां जाणगीआं। बहुत सारा धन भी, जगीरां भी, बड़ा कुछ लालच दिता है। क्योंकि उन्हां समय सारा कुछ सी, पर सारा कुछ नोट कर लेना कि धन दे नाल सारा कुछ, जगीरां दे नाल सारा कुछ नहीं मिलता, नहीं मिलता। बंदा सारी जिंदगी खत्म कर दिंदा है
ਇੱਕ ਧਨ ਦੇ ਮਗਰ ਲੱਗ ਕੇ, ਧਨ ਦੇ ਨਾਲ ਸਾਰਾ ਕੁਝ ਮਿਲ ਜਾਂਦਾ ਤੇ ਔਰੰਗਜ਼ੇਬ ਦੇ ਕੋਲ ਕੀ ਘਾਟਾ ਸੀ, ਖਰੀਦ ਸਕਦਾ ਸੀ ਸਾਹਿਬਜ਼ਾਦਿਆਂ ਨੂੰ, ਪਰ ਨਹੀਂ ਖਰੀਦੇ ਗਏ। ਧਨ ਦੇ ਨਾਲ ਸਾਰਾ ਕੁਝ, ਕਹਿੰਦੇ ਤੁਹਾਨੂੰ ਔਰੰਗਜ਼ੇਬ ਤੋਂ ਸਾਰਾ ਕੁਝ ਦਿਵਾ ਦੇਵਾਂਗੇ। ਉੱਥੇ ਸਾਹਿਬਜ਼ਾਦਿਆਂ ਨੇ ਇੱਕ ਬੜੀ ਵੱਡੀ ਗੱਲ ਆਖੀ ਸੀ, ਐ ਦੀਵਾਨ ਸੁੱਚਾ ਨੰਦ ਵਜ਼ੀਰ ਖਾਂ, ਕਹਿੰਦੇ ਜਿਹੜਾ ਮਨੁੱਖ ਆਪਣੇ ਧਰਮ ਦਾ ਇਮਾਨਦਾਰ ਨਹੀਂ ਰਿਹਾ, ਉਹ ਮਨੁੱਖ ਤੋਂ ਸਾਨੂੰ ਤੂੰ ਕੀ ਦਵਾ ਦੇਂਗਾ। ਉਹ ਔਰੰਗਜ਼ੇਬ ਦੀ ਉਸ ਦੀ ਗੱਲ ਕਰਦਾ ਹੈ ਜਿਹੜਾ ਆਪਣੇ ਧਰਮ ਦੇ ਵਿੱਚ ਵੀ ਰਹਿੰਦਾ ਹੈ, ਪਰ ਉਹ ਆਪਣੇ ਧਾਰਮਿਕ ਮਨੁੱਖ ਵੀ ਨਹੀਂ ਹੈ। ਨਾਲੇ ਤੁਹਾਡਾ ਕੀ ਇਤਬਾਰ ਹੈ, ਤੁਹਾਡਾ ਕੀ ਇਤਬਾਰ ਕਰਨਾ ਹੈ। जुल्म से कर रोका तो मुसलमान बिगड़ गए, बुत परस्ती तो रोका तो हिंदू बिगड़ गए। जर जबर ते जुल्म करन तो रोकिया ते तुसी मुसलमान बिगड़ गए हो। ऐ दीवान सुच्चा नंद, जद बुत परस्ती तो रोकिया ते तुसी हिंदू बिगड़ गए हो। तुहाडे ते की इतबार करीए। बड़ी वड्डी गल साहिबजादियां ने सूबे इहदी कचहरी दे विच कह दित्ती है वजीर खां ने। जद इतनी वड्डी गल कही, कहंदे तुसी सानू ओह तों की लैके दे दोगे जिहड़ा मनुख आपदे धर्म दा नहीं होया, सानू की दे देवेगा। वजीर खां दी कचहरी, सारे धार्मिक मनुख उत्थे मौजूद ने, सारे राजनीतिक मनुख उत्थे, मुगल सारे उत्थे मौजूद ने। इतनी वड्डी गल साहिबजादियां ने औरंगजेब की बाबत कह दी। कमाल की गल है, 7 ते 9 साल दियां जिंदां दिल्ली दे इतने वड्डे तख्त नूं वंगार गईयां, वो भी उन्हां दे घर दे विच कचहरी दे विच जाके। वो भी उन्हां दी कचहरी दे विच जाके। वजीर खां, फौजां पे नाज है तुमको, इन देवी के परमान है, आसक है हम खुदा के हथेली पे जान है। ऐ वजीर खां, तैनू नाज है अपनियां फौजां ते, इन्हां नूं नाज है अपनी देवी ते। असीं आशिक हाँ खुदा दे, साडी हथेली पे जान है। असीं ते हथेली ते आपदी जान रखी फिरदे हैं। कमाल दी गल है, जद इतनी वड्डी गल साहिबजादियां ने कही ते उत्थे सारी दी सारी कचहरी सी जिहड़ी वो भै भीत हो गई। असीं ते सोचिया सी कि मन जाणगे, पर इन्हां ने मनना कित्थों है। ये ते 7 ते 9 साल दियां जिंदां दिल्ली दे तख्त दे नाल मत्था लाउण नूं बैठियां ने, दिल्ली दे तख्त दे नाल मत्था लाउंदियां ने। इतनी वड्डी गल साहिबजादियां ने कचहरी दे विच कही है, उत्थे कही है जिथे 7 ते 9 साल दियां जिंदां दे 4 चफेरे जिन्ने बैठे ने सारे दे सारे दुश्मन ने। मुगल सरकारां दे सारे ये जिहड़े सिपाही ने वो भी दुश्मन ने, पहाड़ी राजां दे जिहड़े ने, और जिन्ने धार्मिक मनुख ने उत्थे सारे दे सारे दुश्मन ने। लिबास पाउण दे नाल कोई मनुख धार्मिक नहीं बन जाता। लिबास दे नाल केवल ते केवल मनुख धार्मिक नहीं बन जाता। दूसरे दिन की कचहरी लगी है, फिर इन्हां साहिबजादियां नूं जद कचहरी की समाप्ति हुई लैके जाते ने, तूत दियां छटियां दे नाल इन्हां नूं मारां पैंदियां हन, और कुछ भी खाण पीण वास्ते नहीं दिता। दूसरे दिन की कचहरी की समाप्ति हुई, ठंडे बुरज दे विच फिर माता जियां दे कोल साहिबजादियां नूं भेज दिता गया। ये ठंडा बुरज उन्हां समियां दे विच कच्चियां इट्टां दा बनाया होया सी। कच्चियां इट्टां दे बुरज दे नाल जदों पानी टकराउंदा सी, ठंडियां हवावां फिर उस बुरज ते जांदियां सन, कच्चियां इट्टां दा। पर इस थोड़ा जिहा समा तब्दील हो गया, ये ठंडा बुरज साडे ढिड्डल बाबियां दे हत्थ दे विच चढ़ गया। इन्हां ने वो सारा ढाह के ते नवां बना लिया। ये कोई जरूरी नहीं है भी सिक्खी नूं ढाह लाउण वास्ते कोई बंदा दूजे पासों आवे, नहीं। साडे अपने वाले बहुत लाही जांदे ने, दूजिआं नूं तां लोड़ ही नहीं पैंदी। दूजिआं नूं साडे सिक्खी नूं ढाह लाउण दी लोड़ नहीं पैंदी, साडे अपने विच बैठे ने।
उन्होंने संगमरमर लाते, पत्थर चढ़ा दिते। ਜਿਹੜਾ ਪੁਰਾਤਨ ਇਤਿਹਾਸਕ ਚੀਜ਼ਾਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਸਾਂਭਿਆ ਜਾਣਾ ਸੀਗਾ। ਭਾਵੇਂ ਗੁਰਦੁਆਰਿਆਂ ਦੇ ਵਿੱਚ ਬੜੇ ਸੋਹਣੇ ਤੋਂ ਸੋਹਣੇ ਪੱਥਰ ਲੱਗ ਗਏ ਨੇ, ਬੜੇ ਸੋਹਣੇ ਤੋਂ ਸੋਹਣੀਆਂ ਚੀਜ਼ਾਂ ਸਭ ਲੱਗ ਗਈਆਂ ਨੇ, ਕਰੋੜਾਂ ਰੁਪਈਆਂ ਦੀਆਂ ਚੀਜ਼ਾਂ, ਅਰਬਾਂ ਖਰਬਾਂ ਰੁਪਈਆਂ ਦੀਆਂ ਚੀਜ਼ਾਂ ਗੁਰਦੁਆਰਿਆਂ ਦੇ ਵਿੱਚ ਲੱਗੀਆਂ ਨੇ, ਪਰ ਜਿਹੜੇ ਇਤਿਹਾਸ ਦੇ ਤੱਥ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਰੱਖਣੇ ਸੀ, ਇਹ ਇਤਿਹਾਸ ਦੇ ਤੱਥ ਸੀ ਜਿਹੜੇ, ਇਹ ਕਿਸੇ ਨੇ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ। ਅਸਲੀ ਤੱਤ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈ। ਜੇ ਇਤਿਹਾਸ ਦੀ ਖੋਜ ਕਰਕੇ ਤੱਥ ਲਿਖਣੇ ਹੋਣ ਕਿ ਆਉਣ ਵਾਲੀ ਪੀੜ੍ਹੀ ਨੂੰ ਕੀ ਦਿਖਾਵਾਂਗੇ, ਉਸ ਵਾਸਤੇ ਤੇ ਇੱਕ ਵੀ ਬੰਦਾ ਨਹੀਂ ਖੜਾ ਹੁੰਦਾ। ਪਰ ਜੇ ਕਦੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਣਾ ਹੋਵੇ ਤੇ ਲੱਖਾਂ ਬੰਦੇ ਆਪਸ ਵਿੱਚ ਦੀਲਾ ਲੜ ਕੇ ਮਰਦੇ ਨੇ ਮਾਇਆ ਪਿੱਛੇ। ਫਿਰ ਜਿੰਨੇ ਮਰਜ਼ੀ ਇਕੱਠੇ ਕਰ ਲਓ, ਇੱਕ ਦੂਸਰੇ ਦੀ ਰੀਸ ਦੇ ਨਾਲ ਭੱਜਦੇ ਨੇ। ਇਹ ਬੁਰਜ ਸੀ ਜਿਹੜਾ ਲੰਮੇ ਟਾਈਮ ਤੱਕ ਖੜਾ ਰਿਹਾ, ਪਰ ਜਿਸ ਦਿਨ ਇਹ ਬੁਰਜ ਸਾਡੇ ਬਾਬਿਆਂ ਦੇ ਹੱਥੀਂ ਆਇਆ ਤਾਂ ਬਾਬਿਆਂ ਨੇ ਫਿਰ ਆਖਿਆ ਵੀ ਉਹ ਤਾਂ ਪਾਗਲ ਸੀਗੇ ਜਿਨ੍ਹਾਂ ਨੇ ਪਹਿਲਾਂ ਬੁਰਜ ਬਣਾਇਆ ਸੀ, ਚਲੋ ਅਸੀਂ ਹੁਣ ਸਿਆਣੇ ਆ, ਇਹਨੂੰ ਢਾਹ ਕੇ ਤੇ ਨਵਾਂ ਬੁਰਜ ਬਣਾ ਦਿੱਤਾ। ਕਦੇ ਉਹੀ ਬੁਰਜ ਅੱਜ ਖੜਾ ਹੁੰਦਾ ਉੱਥੇ, ਪੁਰਾਤਨ ਇਤਿਹਾਸਕ ਚੀਜ਼, ਜਿੱਥੇ ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਕੈਦ ਰੱਖੇ ਗਏ ਸਨ। ਉਹਦੀ ਵਿਲੱਖਣਤਾ ਵੱਖਰੀ ਸੀ, ਉਹਦੀ ਵਿਲੱਖਣਤਾ ਵੱਖਰੀ ਸੀ। ਪਰ ਇਹ ਜਿਹੜੀਆਂ ਇਤਿਹਾਸਕ ਚੀਜ਼ਾਂ ਸੀ, ਬਹੁਤ ਜਗ੍ਹਾ ਤੋਂ ਢਾਹ ਕੇ, ਕੋਈ ਇੱਕ ਜਗ੍ਹਾ ਤੋਂ ਨਹੀਂ ਹੈ, ਕੋਈ ਕੱਲਾ ਠੰਡਾ ਬੁਰਜ ਨਹੀਂ ਹੈ, ਬਹੁਤ ਜਗ੍ਹਾ ਤੋਂ ਇਤਿਹਾਸਕ ਚੀਜ਼ਾਂ ਸੀ ਜਿਹੜੀਆਂ ਢਾਹ ਕੇ ਉਹਨਾਂ 'ਤੇ ਨਵੀਆਂ ਬਣਾ ਦਿੱਤੀਆਂ। ਤਾਂ ਜਿੰਨੇ ਪੱਥਰ ਗੁਰਦੁਆਰਿਆਂ ਦੇ ਵਿੱਚ ਲੱਗ ਗਏ, ਉਹਨੇ ਕਿੱਥੇ ਜਾ ਕੇ ਮਰਜ਼ੀ ਦੇਖ ਲਓ, ਸਭ ਦੇ ਸਭ ਦਿਲ ਪੱਥਰ ਹੀ ਬਣ ਗਏ, ਕਿਸੇ ਦਾ ਮੂੰਹ ਵਾਂਗੂ ਢਲਦਾ ਹੀ ਨਹੀਂ, ਸਭ ਦੇ ਸਭ ਪੱਥਰ ਤੁਰੇ ਫਿਰਦੇ ਨੇ। ਮਾਫ਼ ਕਰਨਾ, ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਦੂਸਰਾ ਦਿਨ ਦੀ ਸਮਾਪਤੀ ਕਚਹਿਰੀ ਦੀ ਹੋਈ ਹੈ। ਕੁਛ ਮਾਰਾਂ ਸਾਹਿਬਜ਼ਾਦਿਆਂ ਦੇ ਮਾਰੀਆਂ ਨੇ, ਜਿਹੋ ਜਿਹੀਆਂ ਉਹਨਾਂ ਦੀਆਂ ਨਿੱਕੀਆਂ ਉਮਰਾਂ ਸਨ। ਫਿਰ ਮਾਤਾ ਗੁਜਰੀ ਜੀ ਦੇ ਕੋਲ ਉਹਨਾਂ ਸਾਹਿਬਜ਼ਾਦਿਆਂ ਨੂੰ ਪੜ੍ਹਾਇਆ ਗਿਆ ਤਾਂ ਕਿ ਠੰਡੇ ਬੁਰਜ ਦੇ ਵਿੱਚ ਕੁਛ ਖਾਣ ਪੀਣ ਵਾਸਤੇ ਕੁਝ ਦਿਨਾਂ ਤੋਂ ਨਹੀਂ ਮਿਲਿਆ। ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਮਾਤਾ ਗੁਜਰੀ ਦੀ ਝੋਲੀ ਦੇ ਵਿੱਚ ਨੇ। ਫਿਰ ਮਾਤਾ ਗੁਜਰ ਕੌਰ ਜੀ ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਲੋਰੀਆਂ ਸੁਣਾਉਂਦੇ ਹਨ, ਇਤਿਹਾਸ ਸੁਣਾਉਂਦੇ ਨੇ। ਇਤਿਹਾਸ ਦੇ ਕੁਝ ਪਹਿਲੂ ਤੱਤ ਸਾਹਿਬਜ਼ਾਦਿਆਂ ਦੇ ਅੱਗੇ ਰੱਖਦੇ ਨੇ। ਅੱਗੇ ਜਿਵੇਂ ਤੀਸਰੇ ਦਿਨ ਦੀ ਕਚਹਿਰੀ ਲੱਗਣੀ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਦਾ ਟਾਈਮ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।